ਕੋਈ ਵੀ ਸਿਧਾਂਤ ਜਾਂ ਫਲਸਫਾ ਉਹਨਾਂ ਚਿਰ ਅਧੂਰਾ ਜਿੰਨੀ ਚਿਰ ਉਸ ਦੇ ਆਧਾਰ ਉੱਪਰ ਕੋਈ ਵੀ ਪ੍ਰਬੰਧ ਨਹੀਂ ਸਿਰਜਿਆ ਜਾਂਦਾ। ਬਿਨਾਂ ਪ੍ਰਬੰਧ ਸਿਰਜੇ ਉਹ ਪ੍ਰੇਰਨਾ ਸਰੋਤ ਤਾਂ ਹੋ ਸਕਦਾ ਪਰ ਦੁਨੀਆ ਤੇ ਰਾਜ ਨਹੀਂ ਕਰ ਸਕਦਾ। ਜਦੋਂ ਇਹ ਰਾਜ ਦੀ ਗੱਲ ਕਰਦੇ ਹਾਂ, ਰਾਜ ਦੀ ਗੱਲ ਕਰਨ ਤੋਂ ਪਹਿਲਾਂ ਸਾਨੂੰ ਇਹ ਵੀ ਦੇਖਣਾ ਪੈਣਾ ਕਿ ਸਾਡੇ ਗੁਰੂ ਗ੍ਰੰਥ ਸਾਹਿਬ ਅੰਦਰ ਜਿਹੜੇ ਛੁਪੇ ਸਿਧਾਂਤ ਜਿਨ੍ਹਾਂ ਤੇ ਅਸੀਂ ਗੱਲ ਨਹੀਂ ਕਰਦੇ, ਸਾਡੀਆਂ ਮੁਹਤਾਤ ਕਥਾ ਵਾਰਤਾ ਜੋ ਸਾਡੇ ਕੀਰਤਨ ਸਮਾਗਮ ਦੇ ਵਿੱਚ ਅਸੀਂ ਇਸ ਪਹਿਲੂਆਂ ਨੂੰ ਵਿਚਾਰਦੇ ਨਹੀਂ, ਸਗੋਂ ਇਗਨੋਰ ਹੋਣ ਕਰਕੇ, ਉਹ ਅਣਵੇਖਿਆ ਰਹਿਣ ਕਰਕੇ ਅੱਜ ਅਸੀਂ ਇਹ ਜੋ ਖੁਆਰੀ ਸਾਡੀ ਹੋ ਰਹੀ ਹੈ, ਕੁਝ ਇਹ ਵੀ ਕਾਰਨ ਹਨ। ਅੱਜ ਦੀ ਦੁਨੀਆ ਅੰਦਰ ਡੈਮੋਕ੍ਰੈਟਿਕ ਪ੍ਰਬੰਧ ਪ੍ਰਣਾਲੀ ਇਲੈਕਸ਼ਨ ਤੇ ਖੜੀ ਹੈ, ਪਰ ਜੇ ਕੋਈ ਇਸ ਦੇ ਅਗਲੇ ਇਸ ਤੋਂ ਵੀ ਅੱਗੇ ਛਾਲ ਮਾਰਦਾ ਤਾਂ ਉਸ ਇਲੈਕਸ਼ਨ ਦੀ ਗੱਲ ਕਰਦਾ। ਪਰ ਸਿੱਖੀ ਇਹਨਾਂ ਦੋਵੇਂ ਸੰਕਲਪ ਦੇ ਅੰਦਰ ਵਿਸ਼ਵਾਸ ਨਹੀਂ ਰੱਖਦੀ। ਸਿਆਸਤ ਵਿੱਚ ਸਹੂਲਤ ਲੱਭਣ ਦੀ ਲੀਕ ਇਹ ਲੋਕਤੰਤਰ ਦਾ ਸਭ ਤੋਂ ਵੱਡਾ ਫੇਲੀਅਰ ਹੈ। ਜਿਸ ਦਾ ਰਾਜ ਕਿਸੇ ਦਾ ਸੁਪਨਾ, ਜੇ ਤੁਹਾਡਾ ਰਾਜ ਨਹੀਂ ਤਾਂ ਸੁਪਨੇ ਵੀ ਤੁਹਾਡੇ ਸਾਕਾਰ ਨਹੀਂ ਹੋ ਸਕਦੇ। ਸਭ ਤੋਂ ਪਹਿਲਾਂ ਮੈਂ ਆਪਣੇ ਵੱਲੋਂ ਤੇ ਜਰਮਨੀ ਦੇ ਜਥੇਬੰਦੀਆਂ ਦੇ ਆਗੂਆਂ ਵੱਲੋਂ ਇੱਥੋਂ ਦੀ ਸੰਗਤ ਤੇ ਸਿੱਖ ਕੌਂਸਲ ਆਫ ਆਸਟ੍ਰੇਲੀਆ ਦੇ ਸਾਰੀ ਮੈਨੇਜਮੈਂਟ ਨੂੰ ਤੇ ਖਾਸ ਕਰਕੇ ਪ੍ਰੋਗਰਾਮ ਦੀ ਸੰਚਾਲਕਾ ਬੀਬੀ ਪ੍ਰਭਜੀਤ ਕੌਰ ਦਾ ਤਹਿ ਦਿਲੋਂ ਧੰਨਵਾਦੀ ਹਾਂ, ਜੋ ਬੜੇ ਸੁਚੱਜੇ ਤਰੀਕੇ ਦੇ ਨਾਲ ਕੱਲ੍ਹ ਦਾ ਸੈਸ਼ਨ ਕੀਤਾ। ਸਿੱਖ ਮਸਲੇ ਹਨ, ਉਹਨਾਂ ਨੂੰ ਬੜੀ ਹੀ ਸੰਜੀਦਗੀ ਦੇ ਨਾਲ ਡਿਸਕਸ ਕੀਤਾ ਜਾ ਰਿਹਾ ਹੈ। ਸੋ ਆਓ ਫਤਿਹ ਦੀ ਸਾਂਝ ਪਾਉਂਦੇ ਹੋਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੋਂ ਸ਼ੁਰੂ ਕਰਦੇ ਹਾਂ। ਗੁਰੂ ਗ੍ਰੰਥ ਸਾਹਿਬ ਜੀ ਦਾ ਸਿਧਾਂਤ ਵਿਸ਼ਵ ਪੱਧਰੀ ਸ਼ਾਸਨ ਲਈ ਕਿਵੇਂ ਮਾਡਲ, ਕਿਵੇਂ ਬਲੂਪ੍ਰਿੰਟ ਸਹਾਇਕ ਹੋ ਸਕਦਾ ਹੈ, ਇਹ ਅੱਜ ਦਾ ਮੇਰੇ ਲਈ ਟੌਪਿਕ ਹੈ। ਸਵਾਲ ਬੜਾ ਕੀਮਤੀ ਹੈ, ਇਸ ਲਈ ਇਸ ਨੂੰ ਸਮਝਣ ਲਈ ਕੋਈ ਵੀ ਨੁਕਤਾ ਨਿੱਜੀ ਲੈਵਲ ਤੇ ਨਹੀਂ ਸਾਂਝਾ ਕੀਤਾ ਜਾ ਸਕਦਾ। ਇਸ ਦਾ ਜਵਾਬ ਵੀ ਗੁਰੂ ਗ੍ਰੰਥ ਸਾਹਿਬ ਜੀ ਅੰਦਰੋਂ ਹੀ ਲੱਭਣਾ ਪਵੇਗਾ। ਸੋ ਮੈਂ ਆਪਣੇ ਵੱਲੋਂ ਕੋਸ਼ਿਸ਼ ਕਰਾਂਗਾ ਜੋ ਮੈਂ ਲਿਖਿਆ ਹੋਇਆ ਉਹਨੂੰ ਟਾਈਮ ਦੇ ਸੀਮਤ ਦਾਇਰੇ ਵਿੱਚ ਰਹਿ ਕੇ ਤੁਹਾਡੇ ਸਾਹਮਣੇ ਰੱਖ ਸਕਾਂ। ਇਸ ਕਰਕੇ ਮੈਂ ਜੋ ਪ੍ਰਿੰਟ ਕੀਤਾ ਵਾ ਉਹਦੇ ਤੋਂ ਹੀ ਪੜ੍ਹ ਕੇ ਆਪ ਜੀ ਅੱਗੇ ਪੇਸ਼ ਕਰ ਰਿਹਾ ਹਾਂ। ਸੋ ਗੁਰੂ ਗ੍ਰੰਥ ਸਾਹਿਬ ਜੀ ਦੇ ਫਲਸਫੇ ਨੂੰ ਤਿੰਨ ਭਾਗਾਂ ਅੰਦਰ ਰੱਖ ਕੇ ਦੇਖਿਆ ਜਾ ਸਕਦਾ ਹੈ: ਸਰਬਕਾਲੀ, ਸਰਬ ਸਾਂਝੀ, ਸਰਬ ਵਿਆਪੀ। ਸਰਬਕਾਲੀ ਆਪਾਂ ਜਪਜੀ ਦਾ ਪਾਠ ਰੋਜ਼ ਕਰਦੇ ਹਾਂ, ਉਸ ਦੇ ਵਿੱਚ ਜਿਹੜਾ ਸ਼ਲੋਕ ਆਦਿ ਸੱਚ, ਜੁਗਾਦ ਸੱਚ, ਹੈ ਵੀ ਸੱਚ, ਨਾਨਕ ਹੋਸੀ ਵੀ ਸੱਚ। ਹੁਣ ਇਸ ਨੂੰ ਸਮਝਣ ਦੇ ਲਈ ਇਹ ਸਮਝਣ ਵਾਲਾ ਨੁਕਤਾ ਜਿਹੜਾ ਇਹ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਸੱਚ ਜਿਹੜਾ ਹੈ ਉਹ ਸੱਤ ਦਾ ਰੂਪ ਹੈ, ਕਿਉਂਕਿ ਸੱਚ ਤਾਂ ਸਬਜੈਕਟ ਹੁੰਦਾ ਹੈ। ਜਿਵੇਂ ਹਿੰਦੂ ਦਾ ਸੱਚ ਖੱਟ ਦਰਸ਼ਨ, ਇਸਲਾਮ ਦਾ ਸੱਚ ਕੁਰਾਨ, ਈਸਾਈਆਂ ਦਾ ਸੱਚ ਬਾਈਬਲ। ਸੱਚ ਤੋਂ ਭਾਵ 2 + 2 = 4। ਇਹ ਸੱਚ ਜ਼ਰੂਰ ਹੈ ਪਰ ਸੱਤ ਨਹੀਂ। ਕਿਉਂ? ਇਹ ਮਨੁੱਖੀ ਬੁੱਧੀ ਦਾ ਘੜਿਆ ਹੋਇਆ ਇੱਕ ਸਿਧਾਂਤ ਹੈ, ਪਰ ਜਦੋਂ ਅਸੀਂ ਪੜ੍ਹਦੇ ਹਾਂ ਧਰਤੀ ਹੋਰ ਪਰੇ ਹੋਰ ਦੇ ਨੁਕਤੇ ਨਿਗਾਹ ਤੋਂ ਦੇਖਦੇ ਹਾਂ ਤਾਂ ਹੋ ਸਕਦਾ ਹੈ ਕਿ ਉੱਥੇ ਇਹ ਸਿਧਾਂਤ 2 + 2 = 3 ਦਾ ਹੋਵੇ। ਜਿਵੇਂ ਇਸ ਧਰਤੀ ਦਾ ਗੁਰੂਤਾਕਰਸ਼ਣ ਜਿਹੜਾ ਗ੍ਰੈਵਿਟੇਸ਼ਨਲ ਅਟਰੈਕਸ਼ਨ ਦਾ ਸੱਚ ਹੋਰ ਹੈ, ਪਰ ਇਹੋ ਮੰਗਲ ਗ੍ਰਹਿ ਤੇ ਜਾ ਕੇ ਬਦਲ ਜਾਂਦਾ ਹੈ। ਭਾਵ ਸੱਚ ਸਥਾਨ ਤੋਂ ਵੀ ਪ੍ਰਭਾਵਿਤ ਨਹੀਂ ਹੁੰਦਾ। ਗੁਰਬਾਣੀ ਦਾ ਸਿਧਾਂਤ ਹਰ ਕਾਲ ਅੰਦਰ ਸੱਤ ਸੀ, ਸੱਤ ਹੈ, ਸੱਤ ਰਹੇਗਾ। ਸੱਤ ਤੋਂ ਭਾਵ ਸੱਤਿਆ, ਭਾਵ ਸਦਾ ਹੋਂਦ ਰੱਖਣ ਵਾਲਾ ਜਾਂ ਸਥਾਈ, ਜੋ ਕਾਲ ਜਾਂ ਸਥਾਨ ਤੋਂ ਪ੍ਰਭਾਵਿਤ ਨਹੀਂ। ਫਿਰ ਅੱਗੇ ਚੱਲਦੇ ਹਾਂ। ਸਾਂਝੀ, ਸਰਬ ਸਾਂਝੀ
ਗੁਰੂ ਗ੍ਰੰਥ ਸਾਹਿਬ ਜੀ ਦੀ ਸਰਬ ਸਾਂਝੀ ਵਾਲਤਾ ਦਾ ਤਾਂ ਸਪਸ਼ਟ ਹੈ। ਖੱਤਰੀ ਬ੍ਰਾਹਮਣ ਸੂਦ ਵੈਸ ਉਪਦੇਸ਼ ਚੌ ਵਰਨਨ ਕੋ ਸਾਂਝਾ, ਨਾ ਕੋ ਵੈਰੀ ਵੈਰੀ ਨਹੀਂ ਬੇਗਾਨਾ। ਸਗੋਂ ਮਨੁੱਖਤਾ ਦੀ ਆਵਾਜ਼ ਹੈ। ਗੁਰੂ ਸਾਹਿਬਾਨ ਨੇ ਲੰਗਰ ਅਤੇ ਸੰਗਤ ਪੰਗਤ ਦੇ ਰੂਪ ਵਿੱਚ ਯੂਨੀਵਰਸਲ ਇਕੁਐਲਿਟੀ ਦਾ ਪ੍ਰਯੋਗ ਕਰਕੇ ਵਿਅਕਤੀਗਤ ਅਤੇ ਸਮੂਹ ਪੱਧਰ ਤੇ ਨਵਾਂ ਰਾਜ ਮੰਨ ਦਿੱਤਾ। ਗੁਰਦੁਆਰਾ ਸਾਹਿਬ ਸੰਸਥਾ ਹੈ, ਲੰਗਰ ਵੀ ਸੰਸਥਾ ਹੈ, ਪਰ ਆਪਣੇ ਆਪਣੇ ਲੈਵਲ ਤੇ ਲੰਗਰ ਇਕੱਲੇ ਤੌਰ ਤੇ ਵੀ ਸੰਸਥਾ ਹੈ। ਸਾਡੇ ਤਾਂ ਮੁੱਖ ਅਸਥਾਨ ਦਰਬਾਰ ਸਾਹਿਬ ਦੀ ਨੀਂਹ ਈਸਾਈ ਮੀਆਂ ਮੀਰ ਨੇ ਰੱਖੀ। ਇਹ ਯੂਨੀਵਰਸਲ ਬ੍ਰਦਰਹੁੱਡ ਤੇ ਆਪਾਂ ਆ ਜਾਂਦੇ ਹਾਂ। ਜਦੋਂ ਗੁਰੂ ਸਾਹਿਬ ਸਾਨੂੰ ਰਿਗਾਰਡਲੈਸ ਸਾਡੀ ਜਾਤ ਅਤੇ ਇਲਾਕਾ ਛੱਡ ਕੇ ਭਾਈ ਸਾਹਿਬ ਕਹਿ ਕੇ ਸਤਿਕਾਰਦੇ ਹਨ, ਤਾਂ ਉੱਥੇ ਬ੍ਰਦਰਹੁੱਡ ਦੀ ਗੱਲ ਆ ਜਾਂਦੀ ਹੈ, ਇਕੁਐਲਿਟੀ ਦੀ ਗੱਲ ਆ ਜਾਂਦੀ ਹੈ। ਗੁਰੂ ਗ੍ਰੰਥ ਸਾਹਿਬ ਅੰਦਰ ਬਾਣੀ ਸੰਗ੍ਰਹਿ ਦੀ ਗੱਲ ਕਰੀਏ ਤਾਂ ਇੱਥੇ ਮੁਸਲਮਾਨ ਸੂਫੀ ਸੰਤ ਭਗਤ ਸਾਹਿਬਾਨ 35 ਮਹਾਂਪੁਰਸ਼ ਇੱਕ ਹੀ ਗ੍ਰੰਥ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਬਿਰਾਜਮਾਨ। ਗੁਰੂ ਗੋਬਿੰਦ ਸਿੰਘ ਜੀ ਦੇ ਪਾਤਸ਼ਾਹ ਜੀ ਦੇ ਦਰਬਾਰ ਵਿੱਚ 52 ਕਵੀਆਂ ਦਾ ਹੋਣਾ ਭਾਵ ਕਲੈਕਟਿਵ ਨੌਲੇਜ ਤੇ ਆ ਜਾਂਦੀ ਗੱਲ। ਫਿਰ ਆਪਾਂ ਆ ਜਾਂਦੇ ਹਾਂ सर्वव्यापी मानस की जात सब एक पहचान हो, recognize the human race as a one। ਸਿੱਖਾਂ ਦੇ ਅਸੂਲ ਸਮੇਂ ਸਥਾਨ ਜਾਂ ਸੰਸਕਾਰ ਤੇ ਪਾਬੰਦ ਨਹੀਂ। ਹੁਣ ਇੱਥੇ ਸਾਡਾ ਅੱਜ ਦਾ ਸਵਾਲ ਹੱਲ ਹੁੰਦਾ ਹੈ। ਇਹ ਗੁਰੂ ਗ੍ਰੰਥ ਸਾਹਿਬ ਦਾ ਫਲਸਫਾ ਸਰਵਵਿਆਪੀ ਹੈ। ਜਿਵੇਂ ਡਾਕਟਰ ਸਾਹਿਬ ਇੱਥੇ ਬੈਠੇ ਆ ਚੀਮਾ ਸਾਹਿਬ, ਇਹਨਾਂ ਨੂੰ ਵੀ ਯਾਦ ਹੋਊਗਾ ਕਿ ਯੂਕੇ ਦੀ ਸਾਬਕਾ ਪ੍ਰਧਾਨ ਮੰਤਰੀ ਟਰੇਸਾ ਨੇ 2017 ਦੀ ਇਹ ਖਬਰ ਜੋ ਅਖਬਾਰਾਂ ਵਿੱਚ ਬਹੁਤ ਵੱਡੇ ਪੱਧਰ ਤੇ ਛਪੀ ਸੀ, ਨੇ ਕਿਹਾ ਸੀ ਬ੍ਰੈਕਸਿਟ ਤੋਂ ਬਾਅਦ ਸਾਨੂੰ ਸਿੱਖ ਫਲਸਫੇ ਦੀ ਲੋੜ ਹੈ। ਇਸ ਤਰ੍ਹਾਂ ਗੁਰੂ ਗ੍ਰੰਥ ਸਾਹਿਬ ਜੀ ਦਾ ਵਿਸ਼ਵ ਪੱਧਰੀ ਲਾਗੂਪਨ ਸਾਬਤ ਹੁੰਦਾ ਹੈ। ਜੋ ਕਾਨਫਰੰਸਾਂ ਅਸੀਂ ਅੱਜ ਸ਼ੁਰੂ ਕੀਤੀਆਂ ਹਨ, ਇਹਨਾਂ ਦੀ ਸ਼ੁਰੂ ਤੋਂ ਲੋੜ ਸੀ, ਅਸੀਂ ਲੇਟ ਹਾਂ। ਦੁਨੀਆ ਸਮਝ ਰਹੀ ਹੈ ਕਿ ਸਿੱਖ ਫਲਸਫਾ ਹੀ ਸਥਾਈ ਹੱਲ ਹੈ। ਸਿੱਖ ਹਲੀ ਮੀਰਾਜ ਬੇਗਮਪੁਰਾ ਦਾ ਸੰਵਿਧਾਨ, ਜਿਸ ਨੂੰ ਦੁਨੀਆ ਪੱਧਰ ਤੇ ਉੱਚ ਕੋਟੀ ਦੇ ਇਤਿਹਾਸਕਾਰ ਵੀ ਮੋਹਰ ਲਾਉਂਦੇ, ਜਿਵੇਂ ਮੁਖਾਲਫ ਪਨ ਐਸ ਬੁੱਕ ਬਰਟਰਡ ਰਸਲ। ਪਰ ਅਸੀਂ ਪਹਿਲੋਂ ਕਦੀ ਪ੍ਰਚਾਰਿਆ ਹੀ ਨਹੀਂ। ਪੜਾ ਦੂਜੇ ਤੇ ਮੈਂ ਗੱਲ ਇਹ ਕਰਾਂਗਾ, ਨਗਰ ਪਰੰਪਰਾ ਸਾਡੇ ਵਿੱਚ ਜੋ ਸਾਡੇ ਗੁਰੂ ਸਾਹਿਬ ਵੱਲੋਂ ਜੋ ਸਾਨੂੰ ਦਰਸਾਇਆ ਗਿਆ, ਕੋਈ ਵੀ ਸਿਧਾਂਤ ਜਾਂ ਫਲਸਫਾ ਉਹਨਾਂ ਚਿਰ ਅਧੂਰਾ ਜਿੰਨੀ ਚਿਰ ਉਸ ਦੇ ਆਧਾਰ ਉੱਪਰ ਕੋਈ ਵੀ ਪ੍ਰਬੰਧ ਨਹੀਂ ਸਿਰਜਿਆ ਜਾਂਦਾ। ਬਿਨਾਂ ਪ੍ਰਬੰਧ ਸਿਰਜੇ ਉਹ ਪ੍ਰੇਰਨਾ ਸਰੋਤ ਤਾਂ ਹੋ ਸਕਦਾ, ਪਰ ਦੁਨੀਆ ਤੇ ਰਾਜ ਨਹੀਂ ਕਰ ਸਕਦਾ। ਪ੍ਰਬੰਧ ਸਿਰਜਣ ਦੀ ਗੱਲ ਤੇ ਆਪਾਂ ਹੁੰਦੇ। ਗੁਰੂ ਕਾਲ ਸਮੇਂ ਨਗਰ ਪ੍ਰਬੰਧ ਦਾ ਸੰਕਲਪ ਕਰਤਾਰਪੁਰ, ਖਡੂਰ ਸਾਹਿਬ, ਗੋਇੰਦਵਾਲ, ਚੱਕ ਰਾਮਦਾਸਪੁਰ, ਤਰਨਤਾਰਨ, ਛਾਟਾ, ਬਾਬਾ ਬਕਾਲਾ, ਅਨੰਦਪੁਰ ਸਾਹਿਬ, ਇਹ ਕੀ ਸੀ? ਇਹ ਸੀ ਸਟੇਟ ਵਿਦਨ ਸਟੇਟ। ਨਹੀਂ ਤਾਂ ਕਦੇ ਪੀਰਾਂ ਜਾਂ ਧਾਰਮਿਕ ਆਗੂਆਂ ਨੂੰ ਨਗਰ ਵਸਾਉਂਦੇ ਦੇਖਿਆ। ਇਹ ਗੁਰੂ ਸਾਹਿਬ ਨੇ ਨਗਰ ਪਰੰਪਰਾ ਦੀ ਸਿਰਜਣਾ ਕਰਕੇ ਸਟੇਟ ਵਿਦਨ ਸਟੇਟ ਦਾ ਮਾਡਲ ਪੇਸ਼ ਕੀਤਾ। ਗੁਰੂ ਨੇਰਾ ਪੀਰ ਨਹੀਂ ਸੀ, ਉਹ ਮੀਰ ਵੀ ਸੀ, ਉਹ ਰਾਜਯੋਗੀ ਸੀ, ਜੋ ਤਖਤ ਤੇ ਬੈਠ ਕੇ ਪੀਰੀ ਤੇ ਮੇਰੀ ਬਹੁਤ ਹੀ ਵਕਾਲਤ ਕਰਦਾ ਸੀ। ਗੁਰੂ ਰਾਮਦਾਸ ਜੀ ਤੋਂ ਲੈ ਕੇ ਗੁਰੂ ਸਾਹਿਬਾਨ ਨੇ ਸਾਂਝੀਵਾਲਤਾ ਵਾਲੀ ਰਾਜਨੀਤੀ ਧਾਰਮਿਕ ਆਧਾਰਾਂ ਦੇ ਨਗਰਾਂ ਦੀ ਸਥਾਪਨਾ ਕੀਤੀ, ਜਿੱਥੇ ਸਾਂਝੀਵਾਲਤਾ ਦੇ ਫਲਸਫੇ ਦੇ ਰੂਪ ਵਿੱਚ ਸਮਝਦੇ ਹਨ। ਪੋਲੀਟੀਕਲ ਸੈਂਟਰ ਆਫ ਗਵਰਨੈਂਸ ਨੂੰ ਆਪਾਂ ਸਮਝਣ ਦੇ ਲਈ ਅੰਮ੍ਰਿਤਸਰ ਉਸ ਸਮੇਂ ਚੱਕ ਰਾਮਦਾਸਪੁਰ ਕਿਹਾ ਜਾਂਦਾ ਸੀ, ਜਿਹਦੇ ਵਿੱਚ 52 ਕਿੱਤਾਕਾਰੀ ਆਣ ਕੇ ਵਸੇ। ਅਲੱਗ-ਅਲੱਗ ਕਿੱਤਾਕਾਰੀ ਉਹਨਾਂ ਨੇ ਆਪਣਾ ਕੰਮਕਾਰ ਸ਼ੁਰੂ ਕੀਤਾ ਤੇ ਬਹੁਤ ਹੀ ਖੁਸ਼ਹਾਲ ਨਗਰ, ਏਸ਼ੀਆ ਦੀ ਸਭ ਤੋਂ ਵੱਡੀ ਮੰਡੀ ਚੱਕ ਰਾਮਦਾਸਪੁਰ ਬਣਿਆ। ਇਹ ਕੀ ਸੀ?
ਇਹ ਤੁਹਾਡਾ ਰਾਜ ਦੇ ਅੰਦਰ ਰਾਜ ਸਿਰਜਣ ਦਾ ਪ੍ਰਬੰਧ ਤੇ ਉਸ ਦੀ ਸਫਲਤਾ ਦਾ ਪ੍ਰਬੰਧ ਸੀ, ਜੋ ਉਹ ਚੱਕ ਰਾਮਦਾਸ ਕੋਲ ਨੇ ਦਰਸਾਇਆ। ਜਦੋਂ ਇਹ ਰਾਜ ਦੀ ਗੱਲ ਕਰਦੇ ਹਾਂ, ਰਾਜ ਦੀ ਗੱਲ ਕਰਨ ਤੋਂ ਪਹਿਲਾਂ ਸਾਨੂੰ ਇਹ ਵੀ ਵੇਖਣਾ ਪੈਣਾ ਕਿ ਸਾਡੇ ਗੁਰੂ ਗ੍ਰੰਥ ਸਾਹਿਬ ਅੰਦਰ ਜਿਹੜੇ ਛੁਪੇ ਸਿਧਾਂਤ ਜਿਨ੍ਹਾਂ ਤੇ ਅਸੀਂ ਗੱਲ ਨਹੀਂ ਕਰਦੇ, ਸਾਡੀਆਂ ਬਹੁਤਾਤ ਕਥਾ ਵਾਰਤਾ ਜੋ ਸਾਡੇ ਕੀਰਤਨ ਸਮਾਗਮ ਦੇ ਵਿੱਚ ਅਸੀਂ ਇਸ ਪਹਿਲੂਆਂ ਨੂੰ ਵਿਚਾਰਦੇ ਨਹੀਂ, ਸਗੋਂ ਇਗਨੋਰ ਹੋਣ ਕਰਕੇ, ਉਹ ਅਣਵੇਖਿਆ ਰਹਿਣ ਕਰਕੇ ਅੱਜ ਅਸੀਂ ਇਹ ਜੋ ਖੁਆਰੀ ਸਾਡੀ ਹੋ ਰਹੀ ਹੈ, ਕੁਝ ਇਹ ਵੀ ਕਾਰਨ ਹਨ। ਅੱਗੇ ਵਧਦੇ ਹੋਏ ਗੁਰੂ ਕਾਲ ਤੋਂ ਬਾਅਦ ਸਿੱਖ ਇਤਿਹਾਸ ਕਾਲ ਆਉਂਦਾ ਹੈ। ਇਸੇ ਨਗਰ ਪਰੰਪਰਾ ਦਾ ਵੱਡਾ ਰੂਪ ਖਾਲਸਾ ਰਾਜ ਦਾ ਪ੍ਰਬੰਧ ਸਿਰਜਿਆ ਜਾਂਦਾ ਹੈ ਅਤੇ ਸਿੱਕਾ ਨਾਨਕ ਸਹੀ ਸਿੱਕਾ ਜਾਰੀ ਕਰਕੇ ਭਾਈ ਗੁਰਦਾਸ ਜੀ ਦੀ ਵਾਰ ਨੂੰ ਪ੍ਰਤੱਖਤਾ ਦਾ ਰੂਪ ਦਿੱਤਾ ਜਾਂਦਾ ਹੈ। ਜਿਵੇਂ ਭਾਈ ਸਾਹਿਬ ਕਹਿੰਦੇ ਹਨ, ਮਾਰਿਆ ਸਿੱਖਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ। ਹੁਣ ਇੱਥੇ ਸਿੱਕਾ ਅਤੇ ਪੰਥ ਦੋਨਾਂ ਨੂੰ ਸਮਝਣਾ ਪਊ। ਸਿੱਕਾ ਕਿੰਨਾ ਦਾ ਹੁੰਦਾ? ਸਿੱਕਾ ਵੀ ਇੱਕ ਰਾਜਸੀ ਸ਼ਕਤੀ ਦਾ ਪ੍ਰਤੀਕ ਹੈ। ਫਿਰ ਪੰਥ ਨੂੰ ਸਮਝਣਾ, ਪੰਥ ਰਸਤਾ ਦੇ ਰੂਪ ਵਿੱਚ ਆਪਾਂ ਇਹਨੂੰ ਸਮਝਦੇ ਹਾਂ, ਪਰ ਸਵਾਲ ਪੈਦਾ ਹੁੰਦਾ ਹੈ ਕਿ ਕਦੇ ਕੋਈ ਪੰਥ ਦੇਖਿਆ ਜਿਸ ਦੀ ਮੰਜ਼ਿਲ ਨਾ ਹੋਵੇ? ਕੀ ਸਿੱਖ ਪੰਥ ਮੰਜ਼ਿਲਹੀਨ ਹੈ? ਨਹੀਂ, ਇਸ ਦੀ ਵੀ ਮੰਜ਼ਿਲ ਹੈ। ਸਿੱਖੀ ਹਮੇਸ਼ਾ ਦੋ ਪਹਿਲੂਆਂ ਤੇ, ਸਥੂਲ ਤੇ ਸੂਖਮ ਦੋਨੇ ਪਹਿਲੂਆਂ ਤੇ ਕੰਮ ਕਰਦੀ ਹੈ। ਜੋ ਪੰਥ ਦਾ ਸੂਖਮ ਰਸਤੇ ਦੀ ਮੰਜ਼ਿਲ ਹੈ, ਲੈਣੇ ਪੰਥ ਧਰਮ ਕਾ ਕੀਆ ਅਮਰਦਾਸ ਭਲੇ ਕੋ ਦਿਆ, ਭਾਵ ਗੁਰੂ ਨੇ ਪੰਥ ਦਾ ਧਰਮ ਚਲਾਇਆ। ਪੰਥ ਦੇ ਸਥੂਲ ਰਸਤੇ ਦੀ ਮੰਜ਼ਿਲ ਇਸੇ ਧਰਮ ਦਾ ਰਾਜ ਲਾਗੂ ਕਰਨਾ, ਜਿਸ ਨੂੰ ਗੁਰਬਾਣੀ ਗੁਰੂ ਗ੍ਰੰਥ ਸਾਹਿਬ ਜੀ ਹਲੀਮੀ ਰਾਜ ਦੇ ਨਾਲ ਕੋਟ ਕਰਦੇ ਹਨ। ਬੇਗਮਪੁਰਾ ਆਖਿਆ ਹੈ ਅਤੇ ਬਾਬਾ ਬੰਦਾ ਸਿੰਘ ਜੀ ਬਹਾਦਰ ਨੇ ਇਸੇ ਹਲੀਮੀ ਰਾਜ ਦੀ ਸਥਾਪਨਾ ਕੀਤੀ ਅਤੇ ਰਜਵਾੜੇ ਸਿਸਟਮ ਨੂੰ ਤੋੜ ਕੇ ਜ਼ਮੀਨਾਂ ਦੇ ਅਸਲ ਮਾਲਕ ਵਾਹਕਾਂ ਨੂੰ ਬਣਾਇਆ। ਜੋ ਇਸ ਦੁਨੀਆ ਅੰਦਰ ਪਹਿਲਾਂ ਕਦੇ ਵੀ ਐਸਾ ਹਲੀਮੀ ਰਾਜ ਦਾ ਇਨਕਲਾਬ ਨਹੀਂ ਸੀ ਆਇਆ। ਭਾਵੇਂ ਯੂਰਪ ਦੇ ਵਿੱਚ ਆਪਾਂ ਦੇਖਦੇ ਹਾਂ ਕਿ ਫ੍ਰੈਂਚ ਰੈਵੋਲੂਸ਼ਨ ਆਇਆ, ਉਹ ਵੀ ਮਿਡਲ ਕਲਾਸ ਦੇ ਲੋਕਾਂ ਦੇ ਸੰਬੰਧ ਵਿੱਚ ਸੀ। ਸਥੂਲ ਰਸਤੇ ਵਿੱਚ ਇੱਕ ਮਾਡਲ ਨਾਨਕ ਰਾਜ ਚਲਾਇਆ, ਸੱਚ ਕੋਟ ਸਵਾਣੀ ਨੀਂਦ ਤੇ। ਇਹ ਹੈ ਸਾਡਾ ਬਲੂਪ੍ਰਿੰਟ, ਜੋ ਕੇਵਲ ਫਲ ਸੇ ਅੰਦਰ ਹੀ ਨਹੀਂ ਸਗੋਂ ਇਸ ਦਾ ਮਾਡਲ ਧਰਾਤਲ ਤੇ ਉਤਾਰਿਆ। ਅੱਜ ਦੀ ਦੁਨੀਆ ਅੰਦਰ ਡੈਮੋਕ੍ਰੈਟਿਕ ਪ੍ਰਬੰਧ ਪ੍ਰਣਾਲੀ ਇਲੈਕਸ਼ਨ ਤੇ ਖੜੀ ਹੈ, ਪਰ ਜੇ ਕੋਈ ਇਸ ਦੇ ਅਗਲੇ ਇਸ ਤੋਂ ਵੀ ਅੱਗੇ ਛਾਲ ਮਾਰਦਾ ਤਾਂ ਉਸ ਇਲੈਕਸ਼ਨ ਦੀ ਗੱਲ ਕਰਦਾ। ਪਰ ਸਿੱਖੀ ਇਹਨਾਂ ਦੋਵੇਂ ਸੰਕਲਪ ਦੇ ਅੰਦਰ ਵਿਸ਼ਵਾਸ ਨਹੀਂ ਰੱਖਦੀ, ਉਸ ਦਾ ਮੈਰਿਟ ਦੇ ਸਿਧਾਂਤ ਤੇ ਖੜੀ ਹੈ। ਸਿੱਖੀ ਨੂੰ ਗੁਰੂ ਸਾਹਿਬ ਨੇ ਜੋ ਸਾਨੂੰ ਦਰਸਾਇਆ ਉਹ ਮੈਰਿਟ ਤੇ। ਤਖਤ ਤੇ ਰਾਜਾ ਸੋ ਬਹਿ ਜੋ ਤਖਤ ਤੇ ਲਾਇਕ ਹੋਏ, ਭਾਵ ਜਿਹੜਾ ਲਾਇਕ ਹੈ। ਇੱਥੇ ਸਿਲੈਕਸ਼ਨ ਉਸ ਸਮੇਂ ਦੀ ਗੁਰੂ ਸਾਹਿਬ ਦੇ ਸਮੇਂ ਦੇ ਟਾਈਮ ਦੀ ਵਾਰਤਾ, ਜਿਵੇਂ ਸ੍ਰੀ ਚੰਦ, ਦਾਤੂ ਦਾਸ, ਮੋਹਨ ਮੋਹਰੀ, ਪ੍ਰਿਥੀ ਚੰਦ ਅਤੇ ਧੀਰ ਮੱਲੇ ਦੀ ਹੋਈ। ਉਸ ਦਿਨ ਉਹਨਾਂ ਨੇ ਆਪਣੀ ਸਿਲੈਕਸ਼ਨ ਕੀਤੀ, ਪਰ ਇਹ ਉਹਨਾਂ ਦੇ ਸਮਰਥਕਾਂ ਵੱਲੋਂ ਸੀ। ਪਰ ਗੁਰੂ ਸਿਧਾਂਤ ਦੀ ਮੈਰਿਟ ਤੇ ਨਾ ਹੋਣ ਕਰਕੇ ਗੁਰਗੱਦੀ ਨਹੀਂ ਮਿਲੀ। ਅੱਜ ਦੇ ਦੌਰ ਅੰਦਰ ਡੈਮੋਕ੍ਰੈਟਿਕ ਸਟਰਕਚਰ ਅੰਦਰ ਪੋਲੀਟੀਕਲ ਐਕਸਪੀਡੀਐਂਸੀ, ਕਰੋਨਿਜ਼ਮ ਐਂਡ ਨੋਪੀਟਿਜ਼ਮ ਵਰਗੀ ਕਰਪਸ਼ਨ ਤੋਂ ਮੁਕਤੀ ਲਈ ਸਿੱਖੀ ਦੀ ਮੈਰਿਟ ਯੁਕਤਾ ਪ੍ਰਣਾਲੀ ਦਾ ਸੰਕਲਪ ਇੱਕ ਵੱਡਾ ਰਾਹ ਦਸੇਰਾ ਹੋ ਸਕਦਾ ਹੈ। ਇਹ ਇੱਕ ਬਲੂਪ੍ਰਿੰਟ ਹੈ ਸਾਡੇ ਲਈ। ਜਿਵੇਂ ਪਹਿਲਾਂ ਵੀ ਜ਼ਿਕਰ ਕੀਤਾ, ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਨਿਆਂ ਦਾ ਰਾਜ ਕਾਇਮ ਕੀਤਾ। ਗਰੀਬ ਕਿਸਾਨਾਂ ਨੂੰ ਜ਼ਮੀਨਾਂ ਵੰਡ ਕੇ ਸਿੱਖ ਰਾਜ ਦੀ ਧਾਰਾ ਨੂੰ ਜ਼ਮੀਨੀ ਹਕੀਕਤ ਬਣਾਇਆ। ਇਹ ਜਾਤ ਪਾਤ ਤੋਂ ਪਰੇ ਮਿਹਨਤ ਅਤੇ ਨਿਆਂ ਉੱਤੇ ਆਧਾਰਿਤ ਸੀ। ਇਸ ਦੇ ਮੂਲ ਰੂਪ ਚ ਗੁਰੂ ਗ੍ਰੰਥ ਸਾਹਿਬ ਜੀ ਦੇ ਉਸੂਲਾਂ ਨੂੰ ਲਾਗੂ ਕੀਤਾ।
ਤੇ ਨਾਨਕਸ਼ਾਹੀ ਸਿੱਕਾ ਜਾਰੀ ਕੀਤਾ। ਇਸੇ ਤਰ੍ਹਾਂ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਵੀ ਇੱਕ ਸੈਕੂਲਰ ਤੇ ਐਥਿਕ ਮਾਡਲ ਹੈ। ਫਿਰ ਮੈਰਿਟ ਦੇ ਆਧਾਰ ਤੇ ਪ੍ਰਣਾਲੀ ਜੋ ਸਾਡੇ ਸਾਹਮਣੇ ਲੋਕਤੰਤਰ ਦੀ ਅਸਲ ਰਾਹ ਹੈ। ਭਾਈ ਭਤੀਜਾਵਾਦ, ਪਰਿਵਾਰਵਾਦ ਅਤੇ ਰਾਜਸੀ ਸਹੂਲਤ, ਜਿੱਥੇ ਰਾਜਸੀ ਤਾਕਤ ਅਹੁਦੇ ਸਿਰਫ ਰਿਸ਼ਤੇਦਾਰੀ ਜਾਂ ਸਿਆਸੀ ਮਕਸਦ ਲਈ ਦਿੱਤੀਆਂ ਜਾਂਦੀਆਂ ਹੋਣ, ਜਿਵੇਂ ਕਿ ਮੁੱਖ ਮੰਤਰੀ ਦਾ ਪੁੱਤ ਮੁੱਖ ਮੰਤਰੀ ਜਾਂ ਉਪ ਮੁੱਖ ਮੰਤਰੀ, ਸਾਡੇ ਸਾਹਮਣੇ ਜਿੱਦਾਂ ਬਾਦਲ ਮੁੱਖ ਮੰਤਰੀ ਤੇ ਉਹਦਾ ਪੁੱਤਰ ਭਾਵੇਂ ਨਲਾਇਕ ਹੀ ਹੋਵੇ ਉਹ ਮੁੱਖ ਮੰਤਰੀ ਬਣ ਜਾਂਦਾ। ਇਹ ਤਾਂ ਹੈ ਕਰੋਨੀਜ਼ਮ ਤੇ ਨੇਪੋਟਿਜ਼ਮ। ਇਹ ਸਾਰਾ ਕੁਝ ਪੋਲੀਟੀਕਲ ਐਕਸਪੀਡੀਐਂਸੀ ਹੈ। ਸਿਆਸਤ ਵਿੱਚ ਸਹੂਲਤ ਲੱਭਣ ਦੀ ਲੀਕ ਇਹ ਲੋਕਤੰਤਰ ਦਾ ਸਭ ਤੋਂ ਵੱਡਾ ਫੇਲੀਅਰ ਹੈ, ਜਿੱਥੇ ਮੈਰਿਟ ਦੀ ਥਾਂ ਸਿਫਾਰਸ਼ ਤੇ ਪਰਿਵਾਰਵਾਦ ਨੂੰ ਤਰਜੀਹ ਦਿੱਤੀ ਜਾਂਦੀ ਹੈ। ਉੱਥੇ ਵਿਕਾਸ ਕਿਵੇਂ ਹੋ ਸਕਦਾ, ਮਨੁੱਖੀ ਹੱਕ ਕਿਵੇਂ ਸੁਰੱਖਿਅਤ ਰਹਿ ਸਕਦੇ। ਸਾਡੀ ਗੁਰੂ ਗ੍ਰੰਥ ਸਾਹਿਬ ਦੀ ਪਰੰਪਰਾ ਸਾਨੂੰ ਸਿਖਾਉਂਦੀ ਹੈ ਕਿ ਅਹੁਦੇ, ਯੋਗਤਾ, ਨੈਤਿਕਤਾ ਤੇ ਸੇਵਾ ਦੇ ਆਧਾਰ ਤੇ ਮਿਲਣੇ ਚਾਹੀਦੇ ਹਨ। ਸਾਡਾ ਭਵਿੱਖ ਮੈਰਿਟ ਅਤੇ ਨੈਤਿਕਤਾ ਵਿੱਚ ਹੈ, ਨਾ ਕਿ ਰਿਸ਼ਤੇਦਾਰੀ ਤੇ ਸਹੂਲਤਵਾਦ ਵਿੱਚ। ਅੱਗੇ ਵਧਦੇ ਹਾਂ। ਗੁਰੂ ਗ੍ਰੰਥ ਸਾਹਿਬ ਇੱਕ ਸੰਪੂਰਨ ਰਾਜ ਮਾਡਲ ਵੀ ਹੈ। ਜਿੱਦਾਂ ਬੀਬਾ ਨੇ ਹੁਣੇ ਸ਼ੁਰੂ ਕਰਦੇ ਪ੍ਰੋਗਰਾਮ ਦੇ ਵਿੱਚ ਕਿਹਾ ਕਿ ਗੁਰੂ ਸਾਹਿਬ ਨੇ ਸਾਡਾ ਅੱਡ ਦਾ ਕੰਮ ਕਰ ਦਿੱਤਾ। ਗੁਰੂ ਸੰਪੂਰਨ, ਉਹ ਸਾਡੇ ਲਈ ਪੂਰਾ ਹੀ ਕੀਤਾ, ਪਰ ਅਸੀਂ ਅਧੂਰੇ ਹਾਂ। ਸਾਨੂੰ ਸ਼ਾਇਦ ਉੱਥੋਂ ਤੱਕ ਸਾਡੀ ਅਪਰੋਚ ਨਹੀਂ, ਜਿਹੜਾ ਅਸੀਂ ਸਮਝ ਨਹੀਂ ਪਾ ਰਹੇ। ਸੱਚ, ਸੇਵਾ, ਬਰਾਬਰਤਾ, ਨਿਆਂ, ਨੈਤਿਕਤਾ ਅਤੇ ਮੈਰਿਟ, ਇਹਨਾਂ ਮੂਲ ਸਿਧਾਂਤਾਂ ਤੇ ਆਧਾਰਿਤ ਗੁਰੂ ਗ੍ਰੰਥ ਸਾਹਿਬ ਵਾਲਾ ਰਾਜ ਮਾਡਲ ਵਿਸ਼ਵ ਦੀ ਇੱਕ ਸਥਾਈ ਹੱਲ ਹੈ। ਕੁਝ ਨੁਕਤੇ ਜਿਹੜੇ ਵਿਸਥਾਰ ਦੇ ਨਾਲ, ਜਿਵੇਂ ਮੈਂ ਪਿੱਛੇ ਵੀ ਜ਼ਿਕਰ ਕਰ ਆਇਆ ਹਾਂ, ਰਾਜ ਅੰਦਰ ਰਾਜ ਦੀ ਗੱਲ, ਸਟੇਟ ਵਿਦਨ ਸਟੇਟ। ਪੰਜਾਬ ਦਾ ਗਵਰਨਰ ਜਦੋਂ ਅੰਗਰੇਜ਼ਾਂ ਨੇ ਪੰਜਾਬ ਤੇ ਕਬਜ਼ਾ ਕੀਤਾ ਸੀ, ਲੰਡਨ ਦੀ ਪਾਰਲੀਮੈਂਟ ਅੰਦਰ ਗਵਰਨਰ ਆਫ ਪੰਜਾਬ ਇਹ ਗੱਲ ਕਹਿੰਦਾ ਕਿ ਜਿੰਨੀ ਦੇਰ ਤੱਕ ਇਹਨਾਂ ਸਿੱਖਾਂ ਦੇ ਗੁਰਦੁਆਰਿਆਂ ਨੂੰ ਕਬਜ਼ਿਆਂ ਵਿੱਚ ਨਹੀਂ ਲੈ ਲੈਂਦੇ, ਉਨੀ ਦੇਰ ਤੱਕ ਸਿੱਖਾਂ ਦੇ ਅੰਦਰ ਸਟੇਟ ਨੂੰ ਐਸਟੈਬਲਿਸ਼ ਕਰਨ ਦਾ ਥਾਟ ਨਹੀਂ ਜਾਣਾ। ਇਹ ਕੀ ਸੀ? ਇਸੇ ਸਟੇਟ ਵਿਦਨ ਸਟੇਟ ਜੋ ਉਹ ਸਮਝ ਗਏ ਸੀ। ਸੋ ਉਸ ਸਮੇਂ ਦੇ ਗਵਰਨਰ ਨੇ ਇਸ ਤੇ ਰਿਐਕਟ ਕੀਤਾ। ਫਿਰ ਹੋਇਆ ਕਿ ਗੁਰਦੁਆਰਿਆਂ ਨੂੰ ਮਹਾਨਤਾ ਦੇ ਹਵਾਲੇ ਕਰ ਦਿੱਤਾ ਤੇ ਉਹਨਾਂ ਗੁਰਦੁਆਰਿਆਂ ਨੂੰ ਆਜ਼ਾਦ ਕਰਵਾਉਣ ਲਈ ਫਿਰ ਸਾਨੂੰ ਚਾਬੀਆਂ ਦੇ ਮੋਰਚੇ ਲਾਉਣੇ ਪਏ, ਜਿਹਦੇ ਵਿੱਚ ਭਾਈ ਲਛਮਣ ਸਿੰਘ ਉਹਨਾਂ ਦੀ ਤੇ ਉਹਨਾਂ ਦੇ ਜਥੇ ਦੀ ਸ਼ਹੀਦੀਆਂ ਹੋਈਆਂ। ਗੁਰੂ ਕੇ ਬਾਗ ਦਾ ਮੋਰਚਾ। ਇਸੇ ਤਰ੍ਹਾਂ ਆਪਾਂ ਯੂਰਪ, ਅਮਰੀਕਾ ਦੀ ਇੱਕ ਉਦਾਹਰਨ ਲੈਂਦੇ ਹਾਂ। ਡਾਕਟਰ ਸਾਹਿਬ ਬੈਠੇ ਆ, ਇਹ ਚੰਗੀ ਤਰ੍ਹਾਂ ਭਲੀ ਬਾਤ ਇਸ ਵਿਸ਼ੇ ਤੇ ਕਈ ਵਾਰੀ ਸੁਣਿਆ ਵੀ ਇਹਨਾਂ ਨੂੰ। ਗਦਰ ਲਹਿਰ ਜੋ ਸਟਾਕਨ ਗੁਰਦੁਆਰਾ ਸਾਹਿਬ ਤੋਂ ਪੋਲੀਟੀਕਲ ਮੂਵਮੈਂਟ ਜਿਹੜੀ ਇਹ ਚੱਲੀ ਸੀ, ਵਿਦੇਸ਼ੀ ਧਰਤੀ ਉੱਤੇ ਸਿੱਖਾਂ ਦਾ ਇਨਕਲਾਬੀ ਦਾ ਜੋ ਮਿਸ਼ਨ ਸ਼ੁਰੂ ਹੁੰਦਾ, ਉਹ ਸੋਵਰਨਟੀ ਹੈ। ਗੁਰਦੁਆਰੇ ਜਿਹੜੇ ਸਾਡੇ ਸਿਰਫ ਸਪਿਰਿਚੁਅਲ ਸੈਂਟਰ ਨੇ, ਇਹਦੇ ਤੇ ਥੋੜੀ ਗੱਲ ਕਰਨੀ ਚਾਹੁੰਦਾ। ਗੁਰਦੁਆਰੇ ਸ਼ਕਤੀ ਅਤੇ ਮੁਕਤੀ ਦੇ ਕੇਂਦਰ, ਜਿੱਥੇ ਨਿਸ਼ਾਨ ਸਾਹਿਬ, ਇੱਕ ਪੰਗਤ, ਸੰਗਤ, ਲੰਗਰ, ਸੇਵਾ, ਤਖਤ ਤੇ ਸਿੰਘਾਸਨ ਤੇ ਬਿਰਾਜਮਾਨ ਗੁਰੂ ਗ੍ਰੰਥ ਸਾਹਿਬ ਜੀ। ਭਾਈ ਸਾਹਿਬ ਚੌਰ ਕਰਦੇ, ਦਰਬਾਰ ਸਜੇ ਹੋਏ, ਵੱਖਰੀ ਪਹਿਚਾਣ ਵਾਲੇ ਲੋਕ ਬੈਠੇ, ਵੱਖਰੀ ਭਾਸ਼ਾ, ਲੋੜਵੰਦ ਦੀ ਮਦਦ, ਨਿਗਾਰੇ, ਕੀਰਤਨ, ਸਰਬਤ ਸਾਂਝੀ ਵਾਲਤਾ ਦਾ ਸੰਕਲਪ। ਸੋ ਕਿਉਂ ਮੰਦਾ ਆਖੀਏ ਜਿੱਤ ਜੰਮੇ ਰਾਜਾਨ। ਬਰਾਬਰਤਾ ਦੀ ਗੱਲ ਜਿਹੜੀ ਹੈ, ਰਾਜ ਕਰੇਗਾ ਖਾਲਸਾ, ਜੈਕਾਰੇ, ਨਾਨਕ ਨਾਮ ਚੜ੍ਹਦੀ ਕਲਾ, ਗੁਰਦੁਆਰੇ ਆਏ ਸੋਝੀ ਪਾਏ ਸੇ। ਸਟੇਟ ਵਿਦਨ ਸਟੇਟ ਦੀ ਗੱਲ ਹੈ। ਗੁਰਦੁਆਰਾ ਸੁਧਾਰ ਲੈ, ਫਿਰ ਉਸ ਤੋਂ ਅੱਗੇ ਅਕਾਲੀ ਦਲ ਆ ਜਾਂਦਾ। ਇਹ ਵੀ ਸੋਵਰਨਟੀ ਹੈ। ਧਾਰਮਿਕ ਅਦਾਰੇ
ਤੇ ਆਪਣਾ ਹੱਕ ਕਾਇਮ ਕਰਨ ਦੀ ਲਹਿਰ, ਜਿਸ ਨੇ ਭਾਵੇਂ ਸਿਆਸੀ ਰੂਪ ਧਾਰਿਆ ਜੋ ਅੱਜ ਐਸਪੀਜੀ ਦਾ ਹਾਲ ਆ, ਅਕਾਲੀ ਦਲ ਬਾਦਲ ਦਾ ਹਾਲ ਆ। ਫਿਰ ਦੇਖ ਤੇ ਫਤਿਹ, ਇਹ ਵੀ ਸੋਵਰਨਟੀ ਆ। ਸੇਵਾ ਅਤੇ ਸੁਰੱਖਿਆ ਦਾ ਸੰਕੇਤ ਕਿਰਪਾਨ, ਦਰਬਾਰ, ਮੀਰੀ, ਪੇਰੇ, ਖਾਲਸਾ, ਖਾਲਸਾ ਫੌਜ, ਹੁਕਮਨਾਮਾ, ਤਖਤ, ਸਿੱਖ ਕੌਮ, ਇਹ ਕੀ ਹੈ? ਇਹਨੂੰ ਥੋੜਾ ਵਿਸਥਾਰ ਦਿੰਦੇ। ਦਰਬਾਰ ਸਾਹਿਬ, ਜਿਸ ਨੂੰ ਅਸੀਂ ਹਰਮੰਦਰ ਕਹਿਣਾ ਸ਼ੁਰੂ ਕਰ ਦਿੱਤਾ। ਦਰਬਾਰ ਅਤੇ ਹਰਮੰਦਰ ਦੇ ਵਿੱਚ ਜ਼ਮੀਨ ਅਸਮਾਨ ਦਾ ਫਰਕ। ਜਿਹੜਾ ਹਰਮੰਦਰ ਸ਼ਬਦ ਬਾਣੀ ਚ ਆਉਂਦਾ ਹੈ ਉਹ ਕੇਵਲ ਸਰੀਰ ਲਈ ਆਉਂਦਾ ਹੈ। ਹਰ ਮੰਦਰ ਇਹ ਸਰੀਰ ਹੈ, ਗਿਆਨ ਰਤਨ ਪ੍ਰਗਟ ਹੋਏ। ਇਹ ਸਰੀਰ ਹੀ ਹਰੀ ਦਾ ਮੰਦਰ ਹੈ, ਜਿਵੇਂ ਮਨ ਮੰਦਰ, ਤਨਵੀਸ ਕਲੰਦਰ, ਘੱਟ ਹੀ ਤੀਰਥ ਨਵਾ। ਪਰ ਜਦੋਂ ਅਸੀਂ ਬਾਹਰਲੀ ਤਲ ਤੇ ਦੇਖਦੇ ਹਾਂ ਤਾਂ ਸਰੀਰ ਨੂੰ ਉਹਦੇ ਵਸੇਵੇਂ ਦੀ ਵੀ ਜ਼ਰੂਰਤ ਹੈ। ਗੁਰੂ ਨੇ ਦਰਬਾਰ ਬਣਾਇਆ, ਅਸੀਂ ਗੁਰੂ ਦਰਬਾਰ ਕਹਿੰਦੇ। ਦਰਬਾਰ ਮੀਰਾਂ ਦੇ ਹੁੰਦੇ, ਭਾਵ ਪੋਲੀਟੀਕਲ ਥਾਟ। ਜਿੱਥੇ ਸਪਿਰਿਚੁਅਲ ਥਾਟ ਆ ਉੱਥੇ ਨਾਲ ਪੋਲੀਟੀਕਲ ਥਾਟ ਵੀ ਹੈ। ਗੁਰੂ ਗ੍ਰੰਥ ਦਾ ਦਰਬਾਰ, ਜਿੱਥੇ ਦਰਬਾਰ ਦੇ ਅੰਦਰ ਗੁਰੂ ਗ੍ਰੰਥ ਹੈ, ਉਹ ਮੀਰ ਵੀ ਹੈ, ਪੀਰ ਵੀ ਹੈ। ਅਸੀਂ ਗ੍ਰੰਥ ਸਾਹਿਬ ਜੀ ਨੂੰ ਗੁਰੂ ਗ੍ਰੰਥ ਮਹਾਰਾਜ ਜੀ ਵੀ ਕਹਿੰਦੇ ਹੋ। ਸੋ ਮੀਰੀ, ਪੀਰੀ, ਇਹ ਕੀ ਹੈ? ਮਤਲਬ ਮੀਰੀ ਤੇ ਪੀਰੀ ਇਕੱਠੇ, ਰਾਜ ਤੇ ਜੋਗ ਇਕੱਠੇ। ਖਾਲਸੇ ਦਾ ਮਤਲਬ ਖਾਲਸਾ ਪਿਓਰ ਆਪਾਂ ਕਹਿ ਦਿੰਦੇ ਹਾਂ। ਖਾਲਸਾ ਮਤਲਬ ਸੋਵਰਨ, ਉਹ ਜ਼ਮੀਨ ਜਿਸ ਦਾ ਸੰਬੰਧ ਸਿੱਧਾ ਰਾਜੇ ਨਾਲ। ਖਾਲਸੇ ਦਾ ਮਤਲਬ ਆਪਾਂ ਸਮਝ ਲਿਆ ਪਿਓਰ, ਪਰ ਖਾਲਸੇ ਦਾ ਮਤਲਬ ਉਹ ਜ਼ਮੀਨ ਤੇ ਕੋਈ ਟੈਕਸ ਨਹੀਂ, ਖਾਲਸਾਈ ਜ਼ਮੀਨ ਜਿਸ ਦਾ ਸਿੱਧਾ ਸੰਬੰਧ ਰਾਜੇ ਨਾਲ ਹੈ। ਜਦੋਂ ਅਸੀਂ ਆਪਣੀ ਗੱਲ ਕਰਦੇ ਹਾਂ ਖਾਲਸਾ ਧਰਮ ਦੀ, ਉਹਦਾ ਸੰਬੰਧ ਸਿੱਧਾ ਅਕਾਲ ਪੁਰਖ ਨਾਲ। ਉਹ ਰਾਹ 'ਚ ਨਹੀਂ ਵੇਖਦਾ ਫਿਰ ਕਿਸੇ ਦੇਵੀ ਦੇਵਤੇ ਨੂੰ। ਖਾਲਸਾ ਫੌਜ, ਫੌਜ ਕਿਹਦੀ ਹੁੰਦੀ ਹੈ? ਕਿ ਪੀਰਾਂ ਦੀ ਫੌਜ ਹੁੰਦੀ? ਫੌਜ ਹਮੇਸ਼ਾ ਮੀਰਾਂ ਦੀ ਹੁੰਦੀ ਹੈ। ਖਾਲਸਾ ਅਕਾਲ ਪੁਰਖ ਕੀ ਫੌਜ, ਪ੍ਰਗਟਿਓ ਖਾਲਸਾ ਪਰਮਾਤਮਾ ਕੀ ਫੌਜ। ਹੁਕਮਨਾਮਾ, ਹੁਕਮਨਾਮਾ ਸਰਕਾਰ, ਧਾਰਮਿਕ ਰੂਪ ਦੇ ਵਿੱਚ ਉਹ ਸੈਕੂਲਰ ਰੂਪ ਹੈ, ਭਾਵ ਹੁਕਮ ਹੈ, ਉਹਦੇ 'ਚ ਕੋਈ ਗੁੰਜਾਇਸ਼ ਨਹੀਂ, ਮੰਨਣਾ ਹੀ ਹੈ। ਇਹ ਵੀ ਪੋਲੀਟੀਕਲ ਥਾਟ। ਇਹ ਜਿੱਥੇ ਪੋਲੀਟੀਕਲ ਥਾਟ ਨਾਲ ਹੀ ਪੀਰੀ ਦਾ ਥਾਟ ਹੈ। ਮੀਰੀ ਦਾ ਤੇ ਪੀਰੀ ਦਾ ਦੋਨਾਂ ਇਕੱਠਾ ਥਾਟ ਹੈ। ਪੀਰੀ ਦੇ ਰੂਪ ਦੇ ਵਿੱਚ ਉਹ ਸਾਨੂੰ ਸਪਿਰਿਚੁਅਲ ਤੌਰ ਤੇ ਅਗਵਾਈ ਦਿੰਦਾ ਹੈ। ਹੁਕਮਨਾਮੇ ਦੇ ਰੂਪ 'ਚ ਸਾਨੂੰ ਦੱਸਦਾ ਹੈ ਇਹ ਤੇਰੇ ਲਈ ਹੁਕਮ ਹੈ, ਜਿਹਨੂੰ ਅਸੀਂ ਮੰਨਣਾ ਹੀ ਮੰਨਣਾ। ਤਖਤ ਕੀ ਹੈ? ਦਰਬਾਰ ਦੇ ਸਾਹਮਣੇ ਤਖਤ ਕਿਸ ਦੇ ਹੁੰਦੇ? ਫਿਰ ਅੱਗੇ ਬਣੇ ਸਿੱਖ ਕੌਮ। ਜੇ ਕੌਮ ਨੇਸ਼ਨ, ਸਟੇਟ ਦੀ ਇੱਕ ਭਾਵਨਾ ਹੁੰਦੀ, ਉਹ ਸਟੇਟ ਲਈ ਕੰਮ ਕਰਦੀ ਹੈ, ਪਰ ਸਟੇਟ ਦੇ ਅੱਗੇ ਕੌਮਾਂ ਹੀ ਖੜਦੀਆਂ। ਹਾਲਾਂਕਿ ਯੂਰਪ ਦਾ ਜਿਹੜਾ ਕੌਮਵਾਦ ਦਾ ਸਿਧਾਂਤ ਹੈ ਉਹ ਤੇ ਕੱਲ੍ਹ ਪੈਦਾ ਹੋਇਆ। ਜਿਵੇਂ ਪਹਿਲਾਂ ਜ਼ਿਕਰ ਕਰਦਾ ਆਇਆ ਹਾਂ ਕਿ ਜਿਵੇਂ ਮੁਖਾਲਫ ਨੇ ਨਗਰ ਪਰੰਪਰਾ ਵੇਖ ਕੇ ਦੱਸ ਦਿੱਤਾ ਸੀ ਕਿ ਯੂਰਪ ਤੇ ਉਸ ਟਾਈਮ ਸ਼ਾਇਦ ਥਾਟ 'ਚ ਨਹੀਂ ਸੀ। ਜਦੋਂ ਗੁਰੂ ਨਾਨਕ ਸਾਹਿਬ ਨੇ ਗੁਰੂ ਨਾਨਕ ਪਾਤਸ਼ਾਹ ਜੀ ਦੀ ਥਿਊਰੀ ਦੇ ਮੁਤਾਬਕ ਨਗਰ ਪਰੰਪਰਾ ਰਾਹੀਂ ਇਸ ਸਿਧਾਂਤ ਦੀ ਸਥਾਪਨਾ ਕਰ ਦਿੱਤੀ ਸੀ। ਜਿਵੇਂ ਆਪਾਂ ਗੁਰਬਾਣੀ ਅਨੁਸਾਰ ਜਿਸ ਹੀ ਕੀ ਸਰਕਾਰ ਹੈ ਤਿਸੀ ਕਾ ਸਭ ਹੋਏ, ਸਿਸਟਮ ਵੀ ਉਸੇ ਦਾ ਹੁੰਦਾ ਜਿਹਦੇ ਕੋਲ ਸਰਕਾਰ ਅਥਾਰਟੀ ਆ, ਪਾਵਰ ਆ। ਉਹ ਨਸ਼ੇ ਲਾ ਵੀ ਸਕਦੀ, ਲੋਕਾਂ ਨੂੰ ਨਸ਼ੇ ਤੇ ਲਾ ਵੀ ਸਕਦੀ, ਨਸ਼ੇ ਤੋਂ ਹਟਾ ਵੀ ਸਕਦੀ। ਜਿਸ ਦਾ ਰਾਜ ਇਸੀ ਕਾ ਸੁਪਨਾ, ਜੇ ਤੁਹਾਡਾ ਰਾਜ ਨਹੀਂ ਤਾਂ ਸੁਪਨੇ ਵੀ ਤੁਹਾਡੇ ਉਹ ਸਾਕਾਰ ਨਹੀਂ ਹੋ ਸਕਦੇ। ਤਖਤੇ ਰਾਜਾ ਸੋ ਬਹਿ, ਜੇ ਤਖਤੇ ਲਾਇਕ ਹੋਏ। ਇਹ ਮੈਰਿਟ ਤੇ ਕਨਸੈਪਟ ਹੈ।
पाप की जंज ले काबलो ताया जोरी मंगे दान मिला। गुरु नानक साहब जी वालों तानाशाह के खिलाफ रेवोल्यूशनरी पोलिटिकल थॉट सी। बाबर ते गुरु नानक पातशाह नूं छड्डण लई तैयार सी, लेकिन बाबर नूं जाबर कहण दी थॉट कित्थों निकली? सिख धर्म दे बानी गुरु पाल गुरु नानक पातशाह जी कल तार गुरु नानक आया। ये गुरु का विजन सी जो साडे गुरुद्वारिਆਂ ਵਿੱਚ लागू होना चाहिए है। ਹੁਣ ਆਪਾਂ ਅਜਿਹੇ ਨਤੀਜੇ ਤੇ ਹਾਂ ਜੇ ਅਸੀਂ ਗੁਰਬਾਣੀ ਦੇ ਸੱਚ ਨੂੰ ਅਪਣਾਈਏ, ਸੋਵਰਨਟੀ, ਰੂਲ ਆਫ ਲਾ, ਇਕੁਅਲਿਟੀ, ਐਥਿਕ ਬੇਸਡ ਲੀਡਰਸ਼ਿਪ, ਨਿਰਭਉ ਨਿਰਵੈਰ ਦੇ ਤੌਰ ਤੇ, ਇਹ ਸਿਰਫ ਸਿੱਖੀ ਦੀ ਗੱਲ ਨਹੀਂ, ਇਹ ਮਨੁੱਖਤਾ ਦੀ ਗੱਲ ਹੈ। ਹਾਂ ਗੁਰੂ ਗ੍ਰੰਥ ਸਾਹਿਬ ਦਾ ਸਿਧਾਂਤ ਵਿਸ਼ਵ ਪੱਧਰੀ ਸ਼ਾਸਨ ਲਈ ਗਵਰਨੈਂਸ ਐਜ਼ ਅ ਬਲੂਪ੍ਰਿੰਟ ਮਾਡਲ ਵਿਸ਼ਵ ਨੂੰ ਇੱਕ ਨਵੀਂ ਦਿਸ਼ਾ ਦੇ ਸਕਦਾ ਹੈ। ਮੈਂ ਸਮਾਪਤੀ ਤੇ ਇਹੀ ਕਹਾਂਗਾ, ਲੋੜ ਹੈ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੀ ਰੂਹਾਨੀ ਸ਼ਕਤੀ ਮਾਰਗਦਰਸ਼ਕ ਦੇ ਨਾਲ ਇੱਕ ਰਾਜਨੀਤਿਕ ਸੰਵਿਧਾਨ ਵਜੋਂ ਵੀ ਪੇਸ਼ ਕਰੀਏ। ਇਹ ਸੰਦੇਸ਼ ਦੁਨੀਆ ਨੂੰ ਦੇਣ ਦੀ ਜ਼ਿੰਮੇਵਾਰੀ ਸਾਡੀ ਹੈ, ਸਾਡੇ ਨੌਜਵਾਨ ਪੀੜ੍ਹੀ ਦੀ ਹੈ। ਸੇਵਾ ਕਰ ਹੋਏ ਨਿਰਕਾਮੀ, ਤਿਸ ਕੋ ਹੋਏ ਪ੍ਰਭੂ ਸੁਆਮੀ। ਵਾਹਿਗੁਰੂ ਜੀ ਕਾ ਖਾਲਸਾ।